ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਅਧਿਆਇ 8ਵਾਂ ਈ ਗਵਰਨੈਂਸ ਸ਼ੁਰੂ ਕਰਾਂਗੇ। ਈ ਗਵਰਨੈਂਸ ਇੰਟਰਨੈਟ ਅਤੇ ਵਰਲਡ ਵਾਈਡ ਵੈਬ ਨਾਲ ਸੰਬੰਧਿਤ ਇੱਕ ਤਕਨੀਕ ਹੈ ਜਿਸ ਦੇ ਨਾਲ ਅਸੀਂ ਰੋਜ਼ਾਨਾ ਦੇ ਲਈ ਜ਼ਰੂਰੀ ਸੂਚਨਾਵਾਂ ਨੂੰ ਕਿਤੇ ਵੀ ਤੇ ਕਦੇ ਵੀ ਦੇਖ ਸਕਦੇ ਹਾਂ ਅਤੇ ਇਸਤੇਮਾਲ ਵੀ ਕਰ ਸਕਦੇ ਹਾਂ। ਮਤਲਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੀਤੀਆਂ ਜਾਂ ਹਦਾਇਤਾਂ ਨੂੰ ਤੁਸੀਂ ਕਦੇ ਵੀ ਕਿਤੇ ਵੀ ਮਤਲਬ ਘਰੇ ਬੈਠੇ ਆਪਦੇ ਫੋਨ ਤੇ ਕੰਪਿਊਟਰ ਤੇ ਰਿਪਲਾਈ ਕਰ ਸਕਦੇ ਹੋ। ਤੁਸੀਂ ਇੰਟਰਨੈਟ ਨਾਲ ਜਦੋਂ ਜੁੜੇ ਹੋਏ ਹੋ ਸਰਕਾਰ ਦੀਆਂ ਦਿੱਤੀਆਂ ਗਈਆਂ ਨੀਤੀਆਂ ਪੜ੍ਹ ਸਕਦੇ ਹੋ ਜਾਂ ਤੁਸੀਂ ਡਾਕੂਮੈਂਟ ਸਰਕਾਰੀ ਕੋਈ ਡਾਕੂਮੈਂਟ ਜਮ੍ਹਾਂ ਕਰਨਾ ਹੈ ਸਬਮਿਟ ਕਰਨਾ ਹੈ ਤੁਸੀਂ ਸਾਰਾ ਕੁਝ ਥਰੂ ਈ ਗਵਰਨੈਂਸ ਕਰ ਸਕਦੇ ਹੋ। ਈ ਗਵਰਨੈਂਸ ਮਤਲਬ ਇਲੈਕਟ੍ਰੋਨਿਕ ਗਵਰਨੈਂਸ। ਇਹ ਇੱਕ ਗਲੋਬਲ ਪ੍ਰਕਿਰਿਆ ਹੈ। ਤੁਸੀਂ ਗਲੋਬਲੀ ਸਾਰਾ ਕੰਮ ਆਨਲਾਈਨ ਕਰ ਸਕਦੇ ਹੋ। ਇਸ ਦੇ ਨਾਲ ਸੂਚਨਾਵਾਂ ਨੂੰ ਆਪਸ ਵਿੱਚ ਆਦਾਨ ਪ੍ਰਦਾਨ ਵੀ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਕੰਮ ਜੋ ਅਸੀਂ ਕਾਗਜ਼ਾਂ ਤੇ ਕਰਦੇ ਸੀ ਹੁਣ ਮਾਊਸ ਦੇ ਇੱਕ ਕਲਿੱਕ ਨਾਲ ਹੋ ਜਾਂਦੇ ਹਨ। ਈ ਗਵਰਨੈਂਸ ਵਿੱਚ ਨੈਟਵਰਕਿੰਗ ਦੀਆਂ ਤਕਨੀਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ ਤੁਸੀਂ ਪਹਿਲਾਂ ਪੜ੍ਹਿਆ ਨੈਟਵਰਕਿੰਗ, ਕੰਪਿਊਟਰ ਆਪਸ ਜੁੜੇ ਹੋਣ ਤਾਂ ਹੀ ਨੈਟਵਰਕ ਸੰਭਵ ਹੈ। ਅਤੇ ਜੇ ਨੈਟਵਰਕ ਸੰਭਵ ਹੈ ਤਾਂ ਤੁਸੀਂ ਉਹਨਾਂ ਦੇ ਵਿਚਾਲੇ ਕੋਈ ਵੀ ਇਨਫੋਰਮੇਸ਼ਨ ਆਦਾਨ ਜਾਂ ਪ੍ਰਦਾਨ ਕਰ ਸਕਦੇ ਹੋ। ਈ ਗਵਰਨੈਂਸ ਵੀ ਸੇਮ ਉਸੇ ਪ੍ਰਿੰਸੀਪਲ 'ਤੇ ਚੱਲਦੀ ਹੈ। ਤੁਸੀਂ ਆਪ ਦੀ ਕੋਈ ਵੀ ਇਨਫੋਰਮੇਸ਼ਨ ਸਰਕਾਰ ਦੀ ਕੋਈ ਵੀ ਚੀਜ਼ ਤੁਸੀਂ ਜਦੋਂ ਆਨਲਾਈਨ ਕੰਮ ਕਰਦੇ ਹੋ, ਲਿਖਤ ਹੋ ਗਿਆ, ਮੌਖਿਕ ਹੋ ਗਿਆ, ਕੋਈ ਵੀਡੀਓ ਦੇਖਦੇ ਹੋ, ਉਹ ਸਾਰੀਆਂ ਈ ਗਵਰਨੈਂਸ ਦੇ ਵਿੱਚ ਆਉਂਦੀਆਂ। ਭਾਰਤ ਵਿੱਚ ਈ ਗਵਰਨੈਂਸ ਪਿਛਲੇ ਕੁਝ ਸਾਲਾਂ ਤੋਂ ਬਹੁਤ ਪ੍ਰਸਿੱਧ ਤੇ ਹਰਮਨ ਪਿਆਰੀ ਹੋ ਗਈ ਹੈ। ਕੁਛ ਇੱਕ ਸਾਲਾਂ ਦੇ ਵਿੱਚ ਹੀ ਸਰਕਾਰ ਨੇ ਸਾਰੀਆਂ ਆਪਦੀਆਂ ਕੰਮ ਕਰਨੀਆਂ ਪ੍ਰਣਾਲੀਆਂ ਆਨਲਾਈਨ ਕਰਨੀਆਂ ਸ਼ੁਰੂ ਕਰ ਦਿੱਤੀਆਂ। ਆਨਲਾਈਨ ਮਤਲਬ ਤੁਸੀਂ ਪਹਿਲਾਂ ਤਾਂ ਦਫ਼ਤਰਾਂ ਦੇ ਵਿੱਚ ਜਾ ਕੇ ਡਾਕੂਮੈਂਟ ਜਮ੍ਹਾਂ ਕਰਵਾਉਂਦੇ ਸੀ, ਸਾਰੇ ਕਾਗਜ਼ ਜਮ੍ਹਾਂ ਕਰਨ ਉਪਰੰਤ ਉਹ ਤੁਹਾਨੂੰ ਰਸੀਦ ਦਿੰਦੇ ਸੀ, ਫਿਰ ਉਹਦੀ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਲੰਬਾ ਹੁੰਦਾ ਸੀ। ਪਰ ਆਨਲਾਈਨ ਕੰਮ ਹੋਣ ਦੇ ਨਾਲ ਸਰਕਾਰ ਦਾ ਹਰ ਕੰਮ ਤੁਸੀਂ ਆਨਲਾਈਨ ਟਰੈਕ ਵੀ ਕਰ ਸਕਦੇ ਹੋ। ਜਦੋਂ ਤੁਸੀਂ ਡਾਕੂਮੈਂਟ ਆਨਲਾਈਨ ਸਬਮਿਟ ਕਰਦੇ ਘਰੇ ਬੈਠੇ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪਈ। ਘਰੇ ਬੈਠੇ ਤੁਸੀਂ ਡਾਕੂਮੈਂਟ ਸਬਮਿਟ ਕਰਤੇ, ਤੁਹਾਨੂੰ ਇੱਕ ਰੈਫਰੈਂਸ ਨੰਬਰ ਮਿਲ ਜਾਂਦਾ ਹੈ ਜਿਹੜਾ ਤੁਸੀਂ ਉਸੇ ਰੈਫਰੈਂਸ ਨੰਬਰ ਨੂੰ ਜਦ ਤੱਕ ਤੁਹਾਡਾ ਕੰਮ ਨਹੀਂ ਹੁੰਦਾ ਤੁਸੀਂ ਉਸ ਨੂੰ ਟਰੈਕ ਕਰ ਸਕਦੇ ਹੋ, ਮੇਰਾ ਕੰਮ ਕਿੰਨਾ ਕੁ ਪੂਰਾ ਹੋਇਆ। ਇਹ ਨਾਗਰਿਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਸੁਵਿਧਾਵਾਂ ਜਿਵੇਂ ਡਿਸਟੈਂਸ ਐਜੂਕੇਸ਼ਨ, ਟੈਲੀਮੈਡੀਸਨ ਆਦਿ ਵੀ ਪ੍ਰਦਾਨ ਕਰਦੀ ਹੈ। ਡਿਸਟੈਂਸ ਐਜੂਕੇਸ਼ਨ ਹੁੰਦੀ ਹੈ ਜਿਹੜਾ ਬੱਚਾ ਸਕੂਲ ਜਾ ਕੇ ਨਹੀਂ ਪੜ੍ਹ ਸਕਦਾ ਜਾਂ ਇੰਨੇ ਜ਼ਿਆਦਾ ਰਿਮੋਟ ਏਰੀਆ ਦੇ ਵਿੱਚ ਬੈਠਾ ਕਿ ਜਿੱਥੇ ਸਕੂਲ ਸੰਭਵ ਨਹੀਂ ਹੈ, ਉੱਥੇ ਤੁਸੀਂ ਡਿਸਟੈਂਸ ਐਜੂਕੇਸ਼ਨ ਦੇ ਬਤੌਰ ਮਤਲਬ ਆਨਲਾਈਨ ਪੜ੍ਹ ਸਕਦੇ ਹੋ। ਈ ਗਵਰਨੈਂਸ ਦੇ ਪ੍ਰਯੋਗ ਅੱਜ ਦੇ ਜ਼ਮਾਨੇ ਵਿੱਚ ਈ ਗਵਰਨੈਂਸ ਦਾ ਪ੍ਰਯੋਗ ਹਰ ਫੀਲਡ ਵਿੱਚ ਹੋ ਰਿਹਾ ਹੈ। ਹਰ ਫੀਲਡ ਦੇ ਵਿੱਚ, ਸਿੱਖਿਆ ਦੇ ਵਿੱਚ, ਵਪਾਰ 'ਚ, ਮੈਡੀਕਲ ਸੁਵਿਧਾਵਾਂ, ਹਰ ਚੀਜ਼। ਅੱਜ ਹਰ ਸ਼ਹਿਰ ਵਿੱਚ ਈ ਗਵਰਨੈਂਸ ਸੈਂਟਰ ਜਿਵੇਂ ਕਿ ਸੁਵਿਧਾ ਕੇਂਦਰ ਅਤੇ ਸੰਪਰਕ ਸੈਂਟਰ ਹਨ। ਹੇਠਲੇ ਗਏ ਲਾਭ: ਘੱਟ ਖਰਚ। ਘੱਟ ਖਰਚ ਤੋਂ ਮਤਲਬ ਕੀ ਹੈ? ਤੁਹਾਨੂੰ ਕੁਝ ਵੀ ਸੈਟਅਪ ਕਰਨ ਲਈ ਸਿਰਫ ਇੱਕ ਕੰਪਿਊਟਰ ਤੇ ਇੰਟਰਨੈਟ ਕਨੈਕਸ਼ਨ ਚਾਹੀਦਾ। ਬਾਕੀ ਸਾਰੇ ਡਾਕੂਮੈਂਟ, ਨਾ ਤੁਹਾਨੂੰ ਕਿਤੇ ਟਰੈਵਲਿੰਗ ਦਾ ਖਰਚਾ, ਨਾ ਕਿਤੇ ਡਾਕੂਮੈਂਟ ਜਮ੍ਹਾਂ ਕਰਵਾਉਣ ਦਾ ਖਰਚਾ, ਤੁਸੀਂ ਘਰੇ ਬੈਠੇ ਹੀ ਉਹਦੀ ਸਾਰੀ ਫੀਸ ਦੇਣੀ। ਨਾ ਤਾਂ ਤੁਹਾਨੂੰ ਜ਼ਿਆਦਾ ਮੈਨ ਪਾਵਰ ਮਤਲਬ ਤੁਹਾਨੂੰ ਜਿੰਨੇ ਕੰਮ ਕਰਨ ਦੇ ਕਰਿੰਦੇ ਨੇ ਉਹ ਵੀ ਘੱਟ ਖਰਚ ਹੋਣਗੇ। ਤੇਜ਼ ਰਫ਼ਤਾਰ, ਬਹੁਤ ਤੇਜ਼ੀ ਨਾਲ ਕੰਮ ਹੁੰਦਾ ਹੈ। ਦੈਨ ਐਨੀਵੇਅਰ ਐਨੀ ਟਾਈਮ, ਕਿਤੇ ਵੀ ਤੇ ਕਿਸੇ ਵੀ ਟਾਈਮ। ਜਿਵੇਂ ਪਹਿਲਾਂ ਤੁਹਾਨੂੰ ਦੱਸਿਆ, ਪਹਿਲਾਂ ਤੁਹਾਡਾ ਸਾਰਾ ਕੰਮ ਮੈਨੂਅਲੀ ਹੁੰਦਾ ਸੀ, ਬੈਂਕਾਂ ਦੇ ਵਿੱਚ ਜਾ ਕੇ ਵੀ ਤੁਸੀਂ ਕੈਸ਼ ਕਢਾਉਣਾ ਹੁੰਦਾ ਸੀ। ਅੱਜ ਕੱਲ੍ਹ ATM ਕਾਰਡ ਬਣੇ ਹੋਏ ਨੇ, ਆਟੋਮੈਟਿਕ ਟੈਲਰ ਮਸ਼ੀਨਸ, ਜਿਹੜੇ ਕਿ ਤੁਹਾਨੂੰ ਨਾਲ ਦੀ ਨਾਲ ਹੀ ਤੁਹਾਡੇ ਬੈਂਕ ਦੇ ਵਿੱਚੋਂ ਪੈਸੇ ਡੈਬਿਟ ਜਾਂ ਕ੍ਰੈਡਿਟ ਕਰ ਸਕਦੇ ਨੇ। ਇਹ ਇੱਕ JIT ਦਾ ਹਿੱਸਾ ਹੈ, ਜਸਟ ਇਨ ਟਾਈਮ, ਮਤਲਬ ਵਿਦਿਨ ਟਾਈਮ ਦੇ ਵਿੱਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਆਦਾਨ ਤੇ ਪ੍ਰਦਾਨ ਹੋ ਗਈ। ਤੁਸੀਂ ਪੈਸੇ ਕਢਾਉਣੇ ਕਿਤੇ ਵੀ ਆਪਦੇ ਅਕਾਊਂਟ, ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚੋਂ ਸੇਮ ਬੈਂਕ ਦੇ ਵਿੱਚੋਂ ਜਾਂ ਦੂਜੇ ਬੈਂਕ ਦੇ ATM ਦੇ ਵਿੱਚੋਂ ਤੁਸੀਂ ਪੈਸੇ ਕਢਵਾ ਸਕਦੇ ਹੋ। ਈਜ਼ੀ ਮੈਨੇਜਮੈਂਟ,
ਪ੍ਰਬੰਧ ਬਹੁਤ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਈ ਗਵਰਨੈਂਸ ਦੇ ਆਉਣ ਨਾਲ ਪ੍ਰਬੰਧ ਦੀ ਵਿਧੀ ਕਾਫੀ ਆਸਾਨ ਹੋ ਗਈ ਹੈ। ਪ੍ਰਬੰਧ ਦੇ ਕਾਰਜਾਂ ਦੀਆਂ ਜਿੰਨੀਆਂ ਵੀ ਗੁਲਝਣਾਂ ਸਨ, ਈ ਗਵਰਨੈਂਸ ਦੇ ਆਉਣ ਨਾਲ ਕਾਫੀ ਹੱਦ ਤੱਕ ਦੂਰ ਹੋ ਗਈਆਂ ਹਨ। ਜਿਵੇਂ ਜਿਵੇਂ ਇਹ ਸਰਕਾਰੀ ਦਫ਼ਤਰ ਅਡਾਪਟ ਕਰ ਰਹੇ ਨੇ, ਸਾਰਾ ਕੰਮ ਆਨਲਾਈਨ ਹੋ ਰਿਹਾ, ਉਵੇਂ ਸਾਰਾ ਕੰਮ ਆਸਾਨ ਹੁੰਦਾ ਜਾ ਰਿਹਾ। ਏਰੀਆ ਆਫ ਈ ਗਵਰਨੈਂਸ ਦੇ ਕਿਹੜੇ ਖੇਤਰ ਹਨ? ਅੱਜ ਤਕਰੀਬਨ ਹਰ ਖੇਤਰ ਹੈ, ਹਰ ਤਰ੍ਹਾਂ ਦਾ ਖੇਤਰ ਸਰਕਾਰੀ ਈ ਗਵਰਨੈਂਸ ਦੇ ਥਰੂ ਚੱਲਦਾ ਹੈ। ਸਰਕਾਰ ਵੱਲੋਂ ਹਰ ਸਾਲ ਬਜਟ ਦਾ ਵੱਡਾ ਹਿੱਸਾ ਈ ਗਵਰਨੈਂਸ ਦੇ ਲਈ ਮਨਜ਼ੂਰ ਕੀਤਾ ਜਾਂਦਾ ਹੈ। ਜਦੋਂ ਵੀ ਹਰ ਸਾਲ ਇੱਕ ਬਜਟ ਬਣਦਾ ਸਰਕਾਰ ਦਾ, ਇੱਕ ਸਰਕਾਰ ਕਿੰਨਾ ਪੈਸਾ ਹਰ ਸਾਲ ਖਰਚ ਕਰੇਗੀ, ਕਿਸ ਚੀਜ਼ ਤੇ ਕਰੇਗੀ, ਉਸ ਦੇ ਵਿੱਚੋਂ ਇੱਕ ਬਹੁਤ ਵੱਡਾ ਹਿੱਸਾ ਈ ਗਵਰਨੈਂਸ ਦੇ ਲਈ ਵੀ ਹੁੰਦਾ। ਕੁਝ ਸੇਵਾਵਾਂ ਜੋ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੇ ਵਿੱਚੋਂ ਹੈ ਟੈਕਸ ਦੀ ਅਦਾਇਗੀ। ਤੁਸੀਂ ਆਨਲਾਈਨ ਟੈਕਸ ਦੇ ਸਕਦੇ ਹੋ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਪਾਣੀ ਤੇ ਸੀਵਰੇਜ ਦੇ ਬਿੱਲ, ਬਿਜਲੀ ਦੇ ਬਿੱਲ, ਟੈਲੀਫੋਨ ਦੇ ਬਿੱਲ, ਤੁਹਾਡਾ ਕੋਈ ਚਲਾਨ ਹੋਇਆ ਹੈ, ਹਾਊਸਿੰਗ ਬਿੱਲ, ਪੇਪਰਾਂ ਦੀ ਵਿਕਰੀ, ਬੱਸਾਂ ਦਾ ਮਹੀਨਾਵਾਰ ਪਾਸ ਬਣਵਾਉਣਾ, ਸੀਨੀਅਰ ਸਿਟੀਜ਼ਨ ਦੇ ਕਾਰਡ ਬਣਾਉਣੇ ਵਗੈਰਾ। ਈ ਗਵਰਨੈਂਸ ਦੇ ਅਲੱਗ-ਅਲੱਗ ਹੋਰ ਖੇਤਰ ਕਿਹੜੇ ਹਨ? ਵੇਰੀਅਸ ਏਰੀਆਜ਼। ਇੰਟਰਨੈਟ ਬੈਂਕਿੰਗ ਜੋ ਹਰ ਆਮ ਆਦਮੀ ਯੂਜ਼ ਕਰਦਾ ਹੈ। ਤੁਸੀਂ ਘਰੇ ਬੈਠੇ ਹੀ, ਤੁਹਾਨੂੰ ਬੈਂਕ ਜਾਣ ਦੀ ਜ਼ਰੂਰਤ ਨਹੀਂ, ਘਰੇ ਬੈਠੇ ਹੀ ਆਪਦੇ ਅਕਾਊਂਟ, ਜੋ ਤੁਹਾਡੇ ਬੈਂਕ ਨੇ ਤੁਹਾਨੂੰ ਇੱਕ ਅਕਾਊਂਟ ਪ੍ਰਦਾਨ ਕੀਤਾ ਹੋਵੇਗਾ, ਘਰੇ ਬੈਠੇ ਹੀ ਲੌਗਇਨ ਕਰੋ। ਲੌਗਇਨ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਤਰ੍ਹਾਂ ਦੀ ਟ੍ਰਾਂਜੈਕਸ਼ਨ ਜੋ ਤੁਸੀਂ ਬੈਂਕ 'ਚ ਕਰਨੀ ਹੁੰਦੀ ਹੈ, ਤੁਸੀਂ ਉਹ ਸਾਰੀ ਕਰ ਸਕਦੇ ਹੋ। ਆਨਲਾਈਨ ਰੋਲ ਨੰਬਰ ਅਤੇ ਰੇਲ ਅਤੇ ਹਵਾਈ ਟਿਕਟਾਂ ਦੀ ਬੁਕਿੰਗ। ਤੁਹਾਨੂੰ ਸਟੇਸ਼ਨ ਤੇ ਜਾ ਕੇ ਟਿਕਟਾਂ ਬੁੱਕ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘਰੇ ਬੈਠੇ ਕਿਸੇ ਵੀ ਰੇਲ ਗੱਡੀ ਬਾਰੇ ਇਨਫੋਰਮੇਸ਼ਨ ਜਾਂ ਉਹਨਾਂ ਦੀ ਟਿਕਟਾਂ ਬੁੱਕ ਕਰ ਸਕਦੇ ਹੋ। ਪਾਸਪੋਰਟ ਆਫਿਸ ਦੇ ਕੰਮਕਾਜ, ਤੁਸੀਂ ਪਾਸਪੋਰਟ ਜਮ੍ਹਾਂ ਕਰਵਾਉਣਾ ਹੈ ਤਾਂ ਅਪੁਆਇੰਟਮੈਂਟ ਘਰੇ ਬੈਠੇ ਹੀ ਲੈ ਸਕਦੇ ਹੋ। ਤੁਹਾਨੂੰ ਬਾਰ-ਬਾਰ ਉੱਥੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ। ਜਿਸ ਦਿਨ ਤੁਹਾਡੀ ਅਪੁਆਇੰਟਮੈਂਟ ਹੈ ਉਸੇ ਦਿਨ ਜਾ ਕੇ ਸਾਰੇ ਡਾਕੂਮੈਂਟ ਦੇ ਸਕਦੇ ਹੋ। ਆਨਲਾਈਨ ਵਪਾਰ ਤੋਂ ਮਤਲਬ ਜਿਹੜੀ ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ। ਇੰਟਰਨੈਟ ਬੈਂਕਿੰਗ ਨੇ ਬੈਂਕਿੰਗ ਕਾਰਜ ਪ੍ਰਣਾਲੀ ਦੀ ਰੂਪਰੇਖਾ ਹੀ ਬਦਲ ਦਿੱਤੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੰਟਰਨੈਟ ਬੈਂਕਿੰਗ ਨਾਲ ਤੁਹਾਨੂੰ ਬੈਂਕਾਂ ਦੇ ਵਿੱਚ ਜਾ ਕੇ ਕੰਮ ਕਰਨਾ ਘੱਟ ਹੋ ਗਿਆ ਹੈ। ਕਸਟਮਰ ਨੂੰ 24 ਘੰਟੇ ਦੇ ਅਕਾਊਂਟ ਦੀ ਜਾਣਕਾਰੀ ਤੁਸੀਂ ਘਰੇ ਬੈਠੇ ਹੀ ਆਪਦੇ ਫੋਨ ਦੀ ਐਪ ਤੇ ਜਾਂ ਆਨਲਾਈਨ ਸਾਰਾ ਪਿਛਲੀ 24 ਘੰਟੇ ਦੀ ਕੋਈ ਵੀ ਟ੍ਰਾਂਜੈਕਸ਼ਨ ਦੀ ਜਾਣਕਾਰੀ ਤੁਹਾਨੂੰ ਆਨਲਾਈਨ ਵਿਦ SMS ਆ ਜਾਂਦੀ ਹੈ। ਇੱਕ ਤੋਂ ਦੂਜੇ ਖਾਤੇ ਵਿੱਚ ਅਦਾਇਗੀ ਜਾਂ ਪੈਸਾ ਟ੍ਰਾਂਸਫਰ ਕਰਨਾ ਆਰਾਮ ਨਾਲ, ਡੈਬਿਟ ਜਾਂ ਕ੍ਰੈਡਿਟ ਕਾਰਡ ਨੂੰ ਆਨਲਾਈਨ ਆਪਰੇਟ ਕਰਨਾ, ਸ਼ਾਪਿੰਗ ਕਰਨੀ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਯੂਜ਼ ਕਰਨਾ। ਬੈਂਕਾਂ ਦੀਆਂ ਨਵੀਆਂ ਸਕੀਮਾਂ ਦੀ ਜਾਣਕਾਰੀ ਵੀ ਤੁਹਾਨੂੰ ਫੋਨ ਤੇ ਆ ਜਾਂਦੀ ਹੈ। ਕਸਟਮਰ ਦੇ ਅਕਾਊਂਟ ਦੀ ਸਿਕਿਉਰਿਟੀ ਵੀ ਮੁਹੱਈਆ ਆਨਲਾਈਨ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਜਿਵੇਂ ਸਟੇਟ ਬੈਂਕ ਆਫ ਪਟਿਆਲਾ ਦੀ ਇਹ ਵੈਬਸਾਈਟ ਦੇ ਬਾਰੇ ਇੱਕ ਐਗਜ਼ਾਮਪਲ ਦਿੱਤੀ ਗਈ ਹੈ। ਜਦੋਂ ਤੁਸੀਂ ਆਪਦਾ ਅਕਾਊਂਟ ਬਣਵਾਉਂਦੇ ਹੋ ਸਟੇਟ ਬੈਂਕ ਆਫ ਪਟਿਆਲਾ ਦੇ ਵਿੱਚ, ਤੁਹਾਨੂੰ ਲੌਗਇਨ ਕਰਨਾ ਪਵੇਗਾ, ਪਾਸਵਰਡ ਆਵੇਗਾ। ਪਰਸਨਲ ਬੈਂਕਿੰਗ ਜਾਂ ਕਾਰਪੋਰੇਟ ਬੈਂਕਿੰਗ, ਸਭ ਤੋਂ ਪਹਿਲਾਂ ਕਿ ਤੁਸੀਂ ਪਰਸਨਲ ਬੈਂਕਿੰਗ ਕਰ ਰਹੇ ਹੋ ਜਾਂ ਆਪਦੇ ਵਪਾਰ ਦੇ ਲਈ ਕਰ ਰਹੇ ਹੋ ਬੈਂਕਿੰਗ। ਇਹਨਾਂ ਦੇ ਵਿੱਚੋਂ ਇੱਕ ਚੂਜ਼ ਕਰ ਲਵੋ। ਫਿਰ ਤੁਸੀਂ ਆਪਦਾ ਯੂਜ਼ਰ ਨੇਮ ਤੇ ਪਾਸਵਰਡ ਜੋ ਬੈਂਕ ਦੁਆਰਾ ਮੁਹੱਈਆ ਕਰਵਾਇਆ ਜਾਵੇਗਾ ਉਹ ਭਰੋਗੇ। ਯੂਜ਼ਰ ਨੇਮ ਐਂਡ ਪਾਸਵਰਡ ਫਿਲ ਕਰਨ ਤੋਂ ਬਾਅਦ ਤੁਹਾਡੀ ਸਾਰੀ ਅਕਾਊਂਟ ਦੀ ਡਿਟੇਲ, ਤੁਹਾਡਾ ਬੈਲੈਂਸ, ਤੁਹਾਡੀ ਇਨਫੋਰਮੇਸ਼ਨ ਸਾਰੀ ਇੱਥੇ ਆ ਜਾਵੇਗੀ। ਫਿਰ ਤੁਸੀਂ ਕਿਸ ਡੇਟ ਤੋਂ ਕਿਸ ਡੇਟ ਤੱਕ ਇਨਫੋਰਮੇਸ਼ਨ ਦੇਖਣੀ ਹੈ ਉਹ ਵੀ ਦੇਖ ਸਕਦੇ ਹੋ। ਸਾਰੀ ਇਨਫੋਰਮੇਸ਼ਨ, ਤੁਹਾਡੀ ਸਾਰੀ ਡਿਟੇਲ, ਕਿਹੜੀ ਟ੍ਰਾਂਜੈਕਸ਼ਨ ਹੋਈ ਹੈ, ਥਰੂ ਚੈੱਕ, ਰੈਫਰੈਂਸ ਨੰਬਰ, ਡੈਬਿਟ, ਕ੍ਰੈਡਿਟ ਤੇ ਬੈਲੈਂਸ ਕਿੰਨਾ ਹੈ। ਪਹਿਲਾਂ ਇਹ ਸਾਰਾ ਕੰਮ ਤੁਸੀਂ ਬੈਂਕ ਦੇ ਵਿੱਚ ਜਾ ਕੇ ਕਾਪੀਜ਼ ਤੇ ਪ੍ਰਿੰਟ ਆਊਟ ਜਾਂ ਸ਼ੀਟਸ ਦੇ ਉੱਤੇ ਪ੍ਰਿੰਟ ਆਊਟ ਲੈਂਦੇ ਹੁੰਦੇ ਸੀ, ਪਰ ਆਨਲਾਈਨ ਬੈਂਕਿੰਗ ਦੇ ਨਾਲ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਦੈਨ ਆਨਲਾਈਨ ਰੇਲਵੇ ਅਤੇ ਹਵਾਈ ਟਿਕਟਾਂ। ਉਵੇਂ ਹੀ ਕਸਟਮਰ ਦੀ ਸੁਵਿਧਾ ਦੇ ਲਈ ਸਰਕਾਰ ਨੇ ਤੁਹਾਨੂੰ ਇੱਕ ਐਪ ਪ੍ਰਦਾਨ ਕੀਤੀ ਹੈ ਜਾਂ ਤੁਹਾਨੂੰ ਆਨਲਾਈਨ ਵਿੰਡੋ ਪ੍ਰਦਾਨ ਕੀਤੀ ਹੈ ਕੰਪਿਊਟਰ 'ਤੇ, ਜਿਸ ਦੇ ਨਾਲ ਤੁਸੀਂ ਹਰ ਉਡਾਣ ਜਾਂ ਹਰ ਰੇਲ ਗੱਡੀ ਦੇ
ਜਹਾਜ਼ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਆਨਲਾਈਨ ਟਿਕਟਾਂ ਵੀ ਬੁੱਕ ਕਰਵਾ ਸਕਦੇ ਹੋ। ਇਸ ਦੇ ਵਿੱਚ ਦੋ ਸੁਵਿਧਾਵਾਂ ਹਨ, ਆਈ ਟਿਕਟਿੰਗ ਐਂਡ ਈ ਟਿਕਟਿੰਗ। ਆਓ, ਆਈ ਟਿਕਟਿੰਗ ਇਹ ਆਮ ਪ੍ਰਣਾਲੀ ਹੈ ਜਿਸ ਦੇ ਵਿੱਚ 2 ਜਾਂ 3 ਦਿਨ ਦੇ ਅੰਦਰ ਟਿਕਟ ਘਰ ਪਹੁੰਚਾ ਦਿੱਤੀ ਜਾਂਦੀ ਹੈ। ਮਤਲਬ ਤੁਸੀਂ ਪਹਿਲਾਂ ਤੋਂ ਹੀ ਟਿਕਟ ਬੁੱਕ ਕੀਤੀ ਹੁੰਦੀ ਹੈ ਐਂਡ 2-3 ਦਿਨਾਂ ਦੇ ਵਿੱਚ ਤੁਹਾਡੇ ਕੋਲ ਘਰੇ ਉਹ ਟਿਕਟ ਪਹੁੰਚ ਵੀ ਜਾਵੇਗੀ। ਆਈ ਟਿਕਟਿੰਗ ਵਿੱਚ ਕਸਟਮਰ ਨੂੰ ਘੱਟੋ ਘੱਟ 2 ਦਿਨ ਪਹਿਲਾਂ ਟਿਕਟ ਬੁੱਕ ਕਰਵਾਉਣੀ ਪੈਂਦੀ ਹੈ, ਘੱਟੋ ਘੱਟ 2 ਦਿਨ, ਛੇਤੀ ਨਹੀਂ। ਆਈ ਟਿਕਟਿੰਗ ਦਾ ਅਕਾਊਂਟ ਕਿਵੇਂ ਬਣਾਉਣਾ ਹੈ, ਕਿਸ ਈਮੇਲ ਤੇ ਪਾਸਵਰਡ ਤੁਸੀਂ ਸਬਮਿਟ ਕਰ ਸਕਦੇ ਹੋ। ਈ ਟਿਕਟਿੰਗ ਗੱਡੀ ਦੇ ਸਮੇਂ ਦੇ ਚਾਰਟ ਦੇ ਹਿਸਾਬ ਨਾਲ ਬੁੱਕ ਕੀਤੀ ਜਾਂਦੀ ਹੈ। ਮਤਲਬ ਤੁਹਾਨੂੰ ਐਮਰਜੈਂਸੀ ਦੇ ਟਿਕਟ ਚਾਹੀਦੀ ਹੈ, ਤੁਸੀਂ ਗੱਡੀ ਦਾ ਚਾਰਟ ਦੇਖਿਆ, ਕਿਸ ਰੇਲ ਗੱਡੀ ਦਾ ਦੇਖਣਾ, ਉਸ ਚਾਰਟ ਦੇ ਅਨੁਸਾਰ ਤੁਸੀਂ ਉਸ ਟਿਕਟ ਨੂੰ ਬੁੱਕ ਕਰਵਾ ਸਕਦੇ ਹੋ। ਈ ਟਿਕਟਿੰਗ ਲਈ ਤੁਹਾਨੂੰ ਆਪਣਾ ਸ਼ਨਾਖਤੀ ਸਬੂਤ, ਪੈਨ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਜਾਂ ਰਾਸ਼ਨ ਕਾਰਡ ਦਾ ਵੇਰਵਾ ਦੇਣਾ ਪਵੇਗਾ, ਕਿਉਂਕਿ ਤੁਸੀਂ ਇੱਕਦਮ ਕਰ ਰਹੇ ਹੋ ਐਮਰਜੈਂਸੀ ਦੇ ਵਿੱਚ, ਤਾਂ ਤੁਹਾਨੂੰ ਇਹ ਸਾਰੀ ਡਿਟੇਲ ਦੇਣੀ ਪਵੇਗੀ। ਇਸ ਤੋਂ ਬਾਅਦ ਉਸ ਦਾ ਇੱਕ ਪ੍ਰਿੰਟ ਲਵੋ, ਜੋ ਤੁਹਾਡੀ ਬੁਕਿੰਗ ਪੂਰੀ ਹੋ ਜਾਵੇ ਉਸ ਦਾ ਪ੍ਰਿੰਟ ਲਵੋ, ਤੇ ਇੱਕ ਆਪਦੇ ਆਈਡੀ ਕਾਰਡ ਜੋ ਤੁਸੀਂ ਸਬਮਿਟ ਕਰਵਾਇਆ ਹੈ ਇਹਨਾਂ ਦੇ ਵਿੱਚੋਂ ਉਸ ਦਾ ਵੀ ਮੁਹੱਈਆ ਜ਼ਰੂਰੀ ਹੈ। ਦੈਨ ਪਾਸਪੋਰਟ ਸਰਵਿਸਿਜ਼, ਅੱਜ ਕੱਲ੍ਹ ਹਰ ਪਾਸਪੋਰਟ ਆਫਿਸ ਵਿੱਚ ਆਨਲਾਈਨ ਸੇਵਾਵਾਂ ਸ਼ੁਰੂ ਹੋਈਆਂ ਹਨ। ਐਪਲੀਕੈਂਟ ਆਪਣੇ ਨਾਮ ਤੇ ਦੂਜਿਆਂ ਡਿਟੇਲਸ ਨਾਲ ਵੈਬ ਉੱਤੇ ਰਜਿਸਟਰ ਹੋ ਸਕਦਾ ਹੈ। ਮਤਲਬ ਤੁਸੀਂ ਪਾਸਪੋਰਟ ਰਜਿਸਟਰ ਕਰਨਾ ਹੈ ਅਪਡੇਸ਼ਨ ਦੇ ਲਈ ਜਾਂ ਨਵੇਂ ਦੇ ਲਈ, ਤੁਸੀਂ ਸਿੱਧਾ ਆਨਲਾਈਨ ਜਾ ਕੇ ਪਾਸਪੋਰਟ ਸੇਵਾ ਦੀ ਵੈਬਸਾਈਟ 'ਤੇ ਜਾ ਕੇ ਉੱਥੇ ਰਜਿਸਟਰ ਹੋ ਸਕਦੇ ਹੋ। ਉਸ ਤੋਂ ਬਾਅਦ 3 ਤੋਂ 7 ਦਿਨਾਂ ਵਿੱਚ ਉਹ ਆਪਣੇ ਡਾਕੂਮੈਂਟ ਅਤੇ ਫੀਸ ਪਾਸਪੋਰਟ ਆਫਿਸ ਜਮ੍ਹਾਂ ਕਰਵਾ ਸਕਦੇ ਹਨ, ਜਿਵੇਂ ਹੀ ਜਿਸ ਤਰ੍ਹਾਂ ਦੀ ਅਪੁਆਇੰਟਮੈਂਟ ਮਿਲਦੀ ਹੈ। ਦੈਨ ਸੁਵਿਧਾ ਸੈਂਟਰ, ਅੱਜ ਕੱਲ੍ਹ ਹਰ ਸ਼ਹਿਰ ਵਿੱਚ ਇੱਕ ਖਿੜਕੀ ਉੱਪਰ ਸ਼ਹਿਰ ਦੇ ਨਾਗਰਿਕ ਕੇ ਮੌਲਿਕ ਸੁਵਿਧਾ, ਮੌਲਿਕ ਮਤਲਬ ਬੇਸਿਕ ਸੁਵਿਧਾ ਉਪਲਬਧ ਕਰਾਈ ਜਾ ਰਹੀ ਹੈ ਉਸ ਸੁਵਿਧਾ ਸੈਂਟਰ ਦੇ ਥਰੂ। ਇਹਨਾਂ ਵਿੱਚ ਹਰ ਤਰ੍ਹਾਂ ਦੀਆਂ ਮੌਲਿਕ ਸੁਵਿਧਾਵਾਂ ਜਿਵੇਂ ਕਿ ਸਟਾਂਪ ਪੇਪਰ ਦੀ ਵਿਕਰੀ, ਐਫੀਡੈਵਿਟ ਦੀ ਤਸਦੀਕ, ਜਨਮ ਪ੍ਰਮਾਣ ਪੱਤਰ, ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਪਾਸਪੋਰਟ ਸੰਬੰਧੀ ਅਰਜ਼ੀਆਂ ਦਾ ਭੁਗਤਾਨ, ਵਿਆਹ ਦੀ ਰਜਿਸਟ੍ਰੇਸ਼ਨ, ਹਸਤਾਖਰ ਦੀ ਤਾਰੀਖ, ਹਥਿਆਰਾਂ ਦੇ ਪ੍ਰਮਾਣ, ਡਰਾਈਵਿੰਗ ਲਾਇਸੈਂਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਇਹਨਾਂ ਸਾਰੇ ਸਰਟੀਫਿਕੇਟਸ ਦੇ ਤੁਸੀਂ ਪ੍ਰਮਾਣ ਆਨਲਾਈਨ ਜਮ੍ਹਾਂ ਕਰਵਾ ਸਕਦੇ ਹੋ ਜਾਂ ਤੁਸੀਂ ਇਨਫੋਰਮੇਸ਼ਨ ਸਾਰੀ ਉੱਥੇ ਲੈ ਸਕਦੇ ਹੋ। ਤੁਸੀਂ ਕਿਸੇ ਵੀ ਰਿਕਾਰਡ ਦੀ ਕਾਪੀ ਲੈਣ ਜਾਣੀ ਹੈ, ਤੁਸੀਂ ਆਨਲਾਈਨ ਅਪੁਆਇੰਟਮੈਂਟ ਲੈ ਸਕਦੇ ਹੋ। ਅਪੁਆਇੰਟਮੈਂਟ ਲੈ ਕੇ ਸਿਰਫ ਉਨੇ ਵਜੇ ਜਾਂ ਉਸੇ ਡੇਟ ਨੂੰ ਉੱਥੇ ਪਹੁੰਚਣਾ ਹੁੰਦਾ। ਆਮ ਤੌਰ ਤੇ ਹਰ ਕੰਮ ਕਾਰਜ ਵਾਲੇ ਦਿਨ ਸੁਵਿਧਾ ਕੇਂਦਰ ਤੇ 1000 ਦੇ ਕਰੀਬ ਵਿਅਕਤੀ ਆਉਂਦੇ ਹਨ। ਇਹ ਵੀ ਡਿਪੈਂਡ ਕਰਦਾ ਹੈ ਕਿ ਉਸ ਏਰੀਆ ਦੇ ਵਿੱਚ ਕਿੰਨੇ ਲੋਕਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ, ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ, ਕਿਉਂਕਿ ਹਰ ਸੁਵਿਧਾ ਕੇਂਦਰ ਦੇ ਵਿੱਚ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸੇ ਕਰਕੇ ਉਸ ਅਕੋਰਡਿੰਗ ਹੀ ਕੰਮ ਹੁੰਦਾ ਹੈ। ਤੁਹਾਨੂੰ ਡਾਕੂਮੈਂਟਸ ਆਪਦੇ ਘਰੇ ਪੋਸਟ ਕਰਵਾਉਣੇ ਹਨ ਤਾਂ ਕੋਰੀਅਰ ਚਾਰजेस ਥੋੜ੍ਹੇ ਜਿਹੇ ਐਕਸਟਰਾ ਲੱਗ ਜਾਂਦੇ ਹਨ, ਤੇ ਡਿਪੈਂਡ ਕਰਦਾ ਹੈ ਕਿ ਕਿੰਨੇ ਘੰਟੇ ਦਾ ਟਾਈਮ ਤੁਸੀਂ ਮੰਗਿਆ ਹੈ ਜਾਂ ਸਰਕਾਰ ਨੇ ਪ੍ਰਦਾਨ ਕੀਤਾ ਹੈ ਕਿਸੇ ਵੀ ਕੰਮ ਹੋਣ ਦਾ। ਪਹਿਲਾਂ ਵਾਂਗੂ ਨਹੀਂ ਕਿ ਡਾਕੂਮੈਂਟ ਦੇ ਵਿੱਚ ਅਪਡੇਸ਼ਨ ਪੈਂਡਿੰਗ ਹੈ ਜਾਂ ਡਾਕੂਮੈਂਟ ਕਿਸੇ ਆਫਿਸ ਤੋਂ ਨਹੀਂ ਆਇਆ, ਸਾਰਾ ਕੰਮ ਆਨਲਾਈਨ ਛੇਤੀ ਹੋ ਜਾਂਦਾ ਹੈ। ਸੁਵਿਧਾ ਸਿੰਗਲ ਯੂਜ਼ਰ ਫ੍ਰੈਂਡਲੀ ਵਿੰਡੋ ਡਿਸਪੋਜ਼ਲ ਐਂਡ ਹੈਲਪਲਾਈਨ ਫॉर ਐਪਲੀਕੈਂਟਸ। ਮਤਲਬ ਸੁਵਿਧਾ ਕੀ ਹੈ? ਇਹ ਸਿਸਟਮ ਨੈਸ਼ਨਲ ਇਨਫੋਰਮੈਟਿਕ ਸੈਂਟਰ NIC, ਬਹੁਤ ਜ਼ਰੂਰੀ ਟਰਮ ਹੈ ਇਹ, ਨੈਸ਼ਨਲ ਇਨਫੋਰਮੈਟਿਕ ਸੈਂਟਰ ਦੁਆਰਾ ਨਾਗਰਿਕਾਂ ਦੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਸ਼ੁਰੂ ਕੀਤੀ ਹੈ। ਮਤਲਬ ਤੁਹਾਡਾ ਸਾਰਾ ਡਾਟਾਬੇਸ ਇੱਕ ਜਗ੍ਹਾ ਤੇ ਸਟੋਰ ਹੁੰਦਾ ਹੈ ਅਤੇ ਜਿਵੇਂ ਏਰੀਆ ਵਾਈਜ਼ ਉਹਨਾਂ ਨੂੰ ਉਸ ਨਾਗਰਿਕਾਂ ਦੀ ਹੈਲਪ ਲਈ ਯੂਜ਼ ਕੀਤਾ ਹੈ। ਹਰ ਰਾਜ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਨੂੰ ਅਪਣਾ ਰਿਹਾ ਹੈ। ਸਭ ਤੋਂ ਪਹਿਲਾਂ ਸੁਵਿਧਾ ਕੇਂਦਰ DC ਆਫਿਸ ਵਿੱਚ ਲਗਾਏ ਗਏ ਸਨ, ਪਰੰਤੂ ਇਹਨਾਂ ਦੀ ਵਿਧੀ ਲੋਕਪ੍ਰਿਯਤਾ ਨੂੰ ਦੇਖ ਕੇ ਹੋਏ ਇਹ ਹਰ ਜਗ੍ਹਾ ਤੇ ਓਪਨ ਕੀਤੇ ਗਏ। ਸੁਵਿਧਾ ਸੈਂਟਰ ਦੇ ਫੀਚਰਸ ਕੀ ਹਨ?
ਸੇਵਾਵਾਂ ਲਈ ਇੱਕੋ ਥਾਂ ਉੱਤੇ ਸਾਰੀਆਂ ਐਪਲੀਕੇਸ਼ਨ ਨੂੰ ਜਮ੍ਹਾਂ ਕਰਵਾਉਣਾ, ਨਿਸ਼ਚਿਤ ਤਰੀਕ ਜਾਂ ਵਿਧੀ, ਡੀਸੀ ਦੁਆਰਾ ਦੇਰੀ ਹੋਏ ਕੇਸਾਂ ਦਾ ਨਿਰੀਖਣ ਕਰਨਾ। ਮੰਨ ਲਓ ਤੁਹਾਡਾ ਕੇਸ ਜੋ ਵੀ ਹੈ, ਤੁਹਾਡੀ ਐਪਲੀਕੇਸ਼ਨ ਹੈ ਲੇਟ ਹੋ ਗਈ ਨਿਸ਼ਚਿਤ ਕੀਤੇ ਹੋਏ ਟਾਈਮ ਤੋਂ, ਤਾਂ ਡੀਸੀ ਖੁਦ ਆਪਣੇ ਇਨਫੋਰਮੇਸ਼ਨ ਤੇ ਆਪਣੀ ਜਗ੍ਹਾ ਤੇ ਬੈਠਦੇ ਹੋਏ ਹੀ ਉਹ ਸਾਰੀਆਂ ਐਪਲੀਕੇਸ਼ਨ ਨੂੰ ਨਿਰੀਖਣ ਕਰਦਾ ਹੈ ਕਿ ਕਿਸ ਰੀਜ਼ਨ ਕਰਕੇ ਉਹ ਲੇਟ ਹੋਈ। ਇੱਕੋ ਜਗ੍ਹਾ ਉੱਤੇ ਸੇਵਾਵਾਂ ਪ੍ਰਦਾਨ ਕਰਨਾ ਮਤਲਬ ਤੁਹਾਨੂੰ ਅਲੱਗ-ਅਲੱਗ ਸ਼ਾਖਾਵਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਕਿ ਮੇਰਾ ਸਰਟੀਫਿਕੇਟ ਇੱਥੋਂ ਮਿਲੇਗਾ ਹੀ ਤੁਹਾਡਾ ਦੂਜਾ ਸਰਟੀਫਿਕੇਟ ਉੱਥੋਂ ਮਿਲੇਗਾ। ਇੱਕ ਹੀ ਜਗ੍ਹਾ ਤੋਂ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਐਪਲੀਕੇਸ਼ਨ ਦਾ ਮੌਕੇ ਤੇ ਹੀ ਨਿਰੀਖਣ ਕਰਨਾ, ਤੁਸੀਂ ਕੋਈ ਐਪਲੀਕੇਸ਼ਨ ਭਰੀ ਹੈ ਇੱਕੋ ਜਗ੍ਹਾ ਤੇ ਚੈੱਕ ਹੋ ਜਾਵੇਗੀ। ਫੋਟੋ ਨੂੰ ਮੌਕੇ ਤੇ ਹੀ ਖਿੱਚ ਲਿਆ ਜਾਂਦਾ ਹੈ, ਤੁਹਾਨੂੰ ਬਾਹਰ ਕਿਤੋਂ ਫੋਟੋ ਖਿਚਵਾਉਣ ਦੀ ਜ਼ਰੂਰਤ ਨਹੀਂ। ਲਾਈਵ ਫੋਟੋ ਨਾਲ ਇੱਕ ਹੋਰ ਫਾਇਦਾ ਹੁੰਦਾ ਹੈ, ਜੋ ਪਹਿਲਾਂ ਪੁਰਾਣੀਆਂ ਫੋਟੋਆਂ ਅਪਡੇਸ਼ਨ ਹੁੰਦੀਆਂ ਸੀ ਜਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਧੋਖਾਧੜੀ ਹੁੰਦੀ ਸੀ, ਉਹ ਆਨਲਾਈਨ ਫੋਟੋ ਜਦੋਂ ਖਿੱਚੀ ਜਾਂਦੀ ਹੈ ਤਾਂ ਉਸ ਦੇ ਵਿੱਚ ਲਾਗੂ ਹੋਣੀ ਹੁੰਦੀ ਨਹੀਂ। ਜਿੰਨੇ ਵੀ ਪੈਸੇ ਜਮ੍ਹਾਂ ਕਰਵਾਉਣੇ ਨੇ ਉਹ ਸੈਂਟਰ ਤੇ ਜਮ੍ਹਾਂ ਹੁੰਦੇ ਹਨ ਤੇ ਉਸ ਦੀ ਪ੍ਰੋਪਰ ਰਸੀਦ ਮਿਲਦੀ ਹੈ। ਜੋ ਵੀ ਨਵੀਂ ਸਕੀਮ ਦਾ ਜਾਂ ਤਰੀਕ ਹੈ ਉਸ ਨੂੰ ਜਾਣਕਾਰੀ ਮੌਕੇ ਤੇ ਉਪਲਬਧ ਹੈ। ਸਾਰੇ ਐਪਲੀਕੇਸ਼ਨ ਫਾਰਮ ਉਸੇ ਕਾਊਂਟਰ ਤੇ ਉਪਲਬਧ ਹਨ। ਤੁਰੰਤ ਹੀ ਸਾਰੀਆਂ ਸੇਵਾਵਾਂ ਦੀ ਸੁਵਿਧਾ ਮਿਲਦੀ ਹੈ। ਇਸ ਦੇ ਨਾਲ ਹੀ ਤੁਹਾਡਾ ਈ-ਗਵਰਨੈਂਸ ਦਾ ਚੈਪਟਰ ਖਤਮ ਹੁੰਦਾ ਹੈ। ਜੇ ਕਿਸੇ ਬੱਚੇ ਨੂੰ ਕੋਈ ਵੀ ਸਵਾਲ ਹੋਵੇ ਤਾਂ ਮੇਰੇ ਤੋਂ ਪੁੱਛ ਸਕਦੇ ਹੋ। ਧੰਨਵਾਦ।